ਮਾਲਵਾ ਇਲਾਕਾ ਨਰਮਾ ਪੱਟੀ ਦੇ ਵਜੋਂ ਜਾਣਿਆ ਜਾਂਦਾ ਸੀ ਕਿਉਂਕਿ ਇੱਥੇ ਚਿੱਟੇ ਸੋਨੇ ਦੀ ਖੇਤੀ ਬਹੁਤ ਹੁੰਦੀ ਸੀ, ਯਾਨੀ ਚਿੱਟਾ ਸੋਨਾ ਅਸੀਂ ਗੱਲ ਕਰ ਰਹੇ ਹਾਂ ਨਰਮੇ ਦੀ। ਨਰਮਾ ਅੱਜ ਵੀ ਮੰਡੀ 'ਚ ਪਹੁੰਚਿਆ, ਪਰ ਜਿਹੜਾ ਸਰਕਾਰੀ ਰੇਟ ਸਰਕਾਰ ਵੱਲੋਂ ਨਿਰਧਾਰਿਤ ਕੀਤਾ ਗਿਆ ਉਹ ਰੇਟ ਹੈਗਾ 5700 ਰੁਪਇਆ। ਪਰ ਕਿਸਾਨਾਂ ਦੀ ਲੁੱਟ ਇੱਥੇ ਅੱਜ ਵੀ ਜਾਰੀ ਹੈ ਤੇ ਨਰਮਾ ਜਿਹੜਾ ਇਹ ਤੁਸੀਂ ਦੇਖ ਰਹੇ ਹੋ, ਇਹ ਨਰਮਾ ਬਹੁਤ ਵਧੀਆ ਕੁਆਲਿਟੀ ਦਾ ਨਰਮਾ ਹੈਗਾ, ਪਰ ਇਹਦਾ ਰੇਟ ਜਿਹੜਾ ਹੈਗਾ ਉਹ 4700 ਤੋਂ 4800 ਤੱਕ ਕਿਸਾਨਾਂ ਨੂੰ ਦੇਣਾ ਪੈ ਰਿਹਾ ਕਿਉਂਕਿ ਜਿਹੜੇ ਕਿਸਾਨ ਮੰਡੀ 'ਚੋਂ ਪਹੁੰਚੇ ਨੇ ਇਹਨਾਂ ਨੂੰ ਉਮੀਦ ਸੀ ਕਿ ਸਰਕਾਰ ਜਿਹੜਾ ਨਰਮਾ ਸਰਕਾਰੀ ਰੇਟ ਤੇ ਹੀ ਖਰੀਦੂਗੀ, ਪਰ ਸਰਕਾਰ ਜਿਹੜੀ ਹੈਗੀ ਹੈ ਨਰਮਾ ਜਿਹੜਾ ਖਰੀਦ ਰਹੀ ਹੈ ਉਹ ਸਰਕਾਰੀ ਰੇਟ ਤੇ ਨਹੀਂ ਖਰੀਦਿਆ ਜਾ ਰਿਹਾ। 5700 ਰੁਪਏ ਇਹਨਾਂ ਨੂੰ ਨਹੀਂ ਮਿਲ ਰਿਹਾ, ਇਹਨਾਂ ਨੂੰ ਨਰਮਾ ਮਿਲ ਰਿਹਾ 4700 ਰੁਪਏ, ਯਾਨੀ 800 ਤੋਂ 900 ਰੁਪਏ ਦਾ ਘਾਟਾ ਹੋ ਰਿਹਾ। ਇੱਕ ਤਸਵੀਰ ਤੁਹਾਨੂੰ ਅਸੀਂ ਇਹ ਦਿਖਾ ਰਹੇ ਹਾਂ ਬਠਿੰਡਾ ਦੀ ਕਪਾਹ ਮੰਡੀ ਦੀ, ਜਿੱਥੇ ਕਿਸਾਨ ਨਰਮੇ ਦੀ ਫਸਲ ਲੈ ਕੇ ਪਹੁੰਚਿਆ ਤੇ ਢੇਰ ਜਿਹੜੇ ਹੈਗੇ ਨਰਮੇ ਦੇ ਲੱਗੇ ਹੋਏ ਆ। ਕਿਸਾਨ ਵੱਡੀ ਲੜਾਈ ਲੜ ਰਹੇ ਆ ਇਸੇ ਐਮਐਸਪੀ ਦੇ ਨੂੰ ਲੈ ਕੇ ਹੀ, ਜਿਹੜੇ ਸੰਘਰਸ਼ ਕਿਸਾਨਾਂ ਵੱਲੋਂ ਕੀਤੇ ਜਾ ਰਿਹਾ ਕਿ ਐਮਐਸਪੀ ਜਿਹੜੀ ਹੈਗੀ ਆ ਉਸ ਤੋਂ ਘੱਟ ਸਾਡੀ ਫਸਲ ਨਹੀਂ ਵਿਕਣੀ ਚਾਹੀਦੀ, ਪਰ ਸਰਕਾਰੀ ਖਰੀਦ ਕਿਤੇ ਨਾ ਕਿਤੇ ਨਹੀਂ ਹੁੰਦੀ। ਸੀਸੀਆਈ ਜਿਹੜੀ ਹੈ ਖਰੀਦ ਨਹੀਂ ਕਰ ਰਹੀ, ਉਸ ਕਰਕੇ ਮਜਬੂਰਨ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਇੱਥੇ ਪਹੁੰਚਦਾ ਕਿਸਾਨ ਮਜਬੂਰ ਹੋ ਕੇ ਆਪਣੀ ਫਸਲ ਉਹਨਾਂ ਨੂੰ ਘਾਟੇ ਵਿੱਚ ਦੇਣ ਨੂੰ ਤਿਆਰ ਹੋ ਜਾਂਦਾ। ਇੱਕ ਮੰਡੀ ਦੀ ਤੁਹਾਨੂੰ ਤਸਵੀਰ ਦਿਖਾਉਂਦੇ ਹਾਂ ਅਸੀਂ, ਜਿੱਥੇ ਢੇਰ ਲੱਗੇ ਹੋਏ ਆ ਪਰ ਰੇਟ ਜਿਹੜਾ ਹੈਗਾ ਉਹ ਕਿਸਾਨਾਂ ਨੂੰ ਪੂਰਾ ਨਹੀਂ ਮਿਲ ਰਿਹਾ। ਇਸ ਵਾਰ ਜਿਹੜਾ ਰੇਟ ਸਰਕਾਰੀ ਰੇਟ ਆ 5700 ਹੈਗਾ, ਪਰ ਇਹ ਨਰਮਾ ਜਿਹੜਾ ਇੱਥੇ ਪਹੁੰਚਿਆ ਏ ਕਲਾਸ ਨਰਮਾ, ਬਿਲਕੁਲ ਸੁੱਕਾ ਨਰਮਾ ਹੈਗਾ, ਪਰ ਇਹਦਾ ਰੇਟ ਜਿਹੜਾ ਪ੍ਰਾਈਵੇਟ ਕੰਪਨੀਆਂ ਆਪਣੇ ਹਿਸਾਬ ਨਾਲ ਲੈ ਰਹੀਆਂ, ਜਿਹਦੇ ਨਾਲ ਕਿਸਾਨਾਂ ਦੀ ਵੱਡੀ ਲੁੱਟ ਹੋ ਰਹੀ ਹੈ। ਇਸੇ ਲੁੱਟ ਨੂੰ ਲੈ ਕੇ ਕਿਸਾਨਾਂ ਵੱਲੋਂ ਸੰਘਰਸ਼ ਵੀ ਸ਼ੁਰੂ ਕੀਤਾ ਗਿਆ। ਬਠਿੰਡਾ ਦੇ ਪੰਜਾਬ ਦੇ ਵੱਖ-ਵੱਖ ਜਗ੍ਹਾ ਦੇ ਉੱਤੇ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਹੋ ਰਿਹਾ ਕਿ ਐਮਐਸਪੀ ਜਿਹੜੀ ਹੈ ਇਸ ਤੋਂ ਘੱਟ ਨਹੀਂ ਨਰਮਾ ਹੋਣਾ ਚਾਹੀਦਾ। ਇਹ ਅੱਜ ਗੱਲ ਕਰਦੇ ਆ ਜਿਹੜੀ ਮੰਡੀ ਪਹੁੰਚੇ ਬਾਈ ਜੀ, ਨਰਮਾ ਕੀ ਰੇਟ ਹੈ, ਕਿਹੜੇ ਪਿੰਡੋਂ ਆਏ ਤੁਸੀਂ? ਪਿੰਡ ਕਟਾਰ ਸਿੰਘ ਵਾਲਾ ਜੀ ਤੇ ਗੁਰਨਤਾ ਸਿੰਘ ਨਾਮ ਮੇਰਾ। ਇਹਦਾ ਰੇਟ ਹੈਗਾ ਜੀ ਸਰਕਾਰੀ ਰੇਟ 5700 ਰੁਪਇਆ। ਇਹ ਵਿਕ ਰਿਹਾ ਸਾਡਾ 4400 ਨੂੰ ਜੀ, ਕੱਲ ਦਾ ਜਾ ਕੇ 45-4600 ਰੁਪਏ ਨੂੰ ਵਿਕਣ ਲੱਗਿਆ। ਗਵਰਨਮੈਂਟ ਸਾਨੂੰ ਆਖੀ ਜਾਂਦੀ ਹੈ ਜੀ ਤੁਸੀਂ ਆ ਝੋਨਾ ਛੱਡੋ ਨਰਮਾ ਬੀਜੋ। ਨਰਮਾ ਬੀਜ ਕੇ ਕੀ ਕਰਾਂਗੇ ਜੀ? ਹਾਂ, ਨਰਮੇ ਦਾ ਰੇਟ ਨਹੀਂ ਆਉਂਦਾ ਜੀ ਪੂਰਾ। ਗਵਰਨਮੈਂਟ ਨੇ ਹੁਣ ਐਕਟ ਜਿਹੜੇ ਬਣਾਏ ਨਾ ਐਮਐਸਪੀ, ਸਾਡਾ ਜਾਂ ਤਾਂ ਐਕਟ ਦੇ ਵਿੱਚ ਪਾ ਦੇਣ ਇਹ 5700 ਰੁਪਇਆ, ਫੇਰ ਅਸੀਂ ਬੀਜ ਲਾਂਗੇ, ਨਹੀਂ ਅਸੀਂ ਸਾਡਾ ਸੰਘਰਸ਼ ਇਸੇ ਤਰ੍ਹਾਂ ਹੀ ਜਾਰੀ ਰਹੂਗਾ। ਤੁਹਾਨੂੰ ਲੱਗਦਾ ਨਹੀਂ ਆਪਣੇ ਮਾਲਵੇ ਸਭ ਤੋਂ ਵੱਧ ਨਰਮੇ ਦੀ ਖੇਤੀ ਹੁੰਦੀ ਸੀ, ਪਰ ਇਹ ਰੇਟ ਘੱਟ ਹੋਣ ਕਰਕੇ ਝੋਨੇ ਵੱਲ ਕਿਸਾਨ ਰੇਟ ਘੱਟ ਹੋਣ ਕਰਕੇ ਝੋਨੇ ਵੱਲ ਪੈ ਗਏ ਜੀ। ਗਵਰਨਮੈਂਟ ਕਹਿ ਰਹੀ ਹੈ ਆਪਣਾ ਝੋਨਾ ਛੱਡੋ ਨਰਮਾ ਬੀਜੋ। ਨਰਮਾ ਬੀਜ ਕੇ ਕਰਾਂਗੇ ਕੀ ਦੱਸੋ? ਜਿਹੜੀ ਸਰਕਾਰੀ ਕੰਪਨੀਆਂ ਸੀਸੀਏ ਵੱਡੀ ਕੰਪਨੀ ਸਰਕਾਰੀ ਉਹ ਆਈ ਹੈ ਇੱਥੇ ਕੰਪਨੀ? ਉਹ ਤਾਂ ਜੀ ਪਿਛਲੇ ਸਾਲ ਦੀਆਂ ਬੰਦ ਹੋਈਆਂ ਵਾਂ, ਪਿਛਲੇ ਸਾਲ ਦੀ ਬਿਲਕੁਲ ਬੰਦ ਆ। ਸਰਕਾਰੀ ਕੰਪਨੀ ਕੋਈ ਨਹੀਂ ਖਰੀਦੀ, ਪ੍ਰਾਈਵੇਟ ਖਰੀਦਦੇ ਆ, ਆਪਣੀ ਮਰਜ਼ੀ ਨਾਲ ਖਰੀਦ ਦੇਣਗੇ। ਸਰਕਾਰੀ ਇੱਕ ਵੀ ਬੰਦਾ ਨਹੀਂ ਆਉਂਦਾ ਇੱਥੇ। ਜਿਹੜੇ ਪ੍ਰਾਈਵੇਟ ਵਾਲੇ ਪਹੁੰਚਦੇ ਆ ਉਹ ਕੁਆਲਿਟੀ ਕੀ ਦੇਖਦੇ ਨੇ, ਕੀ ਚੀਜ਼ ਦੇਖਦੇ ਨੇ? ਉਹਨਾਂ ਦਾ ਕੁਆਲਿਟੀ ਦਾ ਕੋਈ ਮਸਲਾ ਨਹੀਂ। ਸਾਡੀ ਅੱਜ ਹੁਣ ਉਹ ਬੋਲੀ ਲਾ ਗਏ, ਜਿਹੇ ਜਿਹਾ ਨਰਮਾ ਹੋਏ ਜਿਹਨਾਂ ਨੇ ਬੋਲੀ ਲਾਤੀ, ਉਦੋਂ ਬਾਅਦ ਤਿੰਨ ਦਿਨ ਸਾਨੂੰ ਆਖੀ ਜਾਂਦੇ ਇਹਨੂੰ ਸੁਕਾ ਲਓ, ਧੁੱਪੇ ਸੁਕਾ ਲਓ, ਸੁਕਾ ਕੇ ਚੱਕਾਂਗੇ। ਜਦੋਂ ਤੁਸੀਂ ਬੋਲੀ ਲਾਤੀ ਜਿਹੜੇ ਰੇਟ ਦੀ, ਉਸ ਰੇਟ ਨੂੰ ਚੱਕ ਤਾਂ ਸਕਦੇ ਨਾ, ਆਥਣ ਨੂੰ ਨਹੀਂ ਚੱਕ ਸਕਦੇ। ਤਿੰਨ ਦਿਨ ਅਸੀਂ ਖੱਜਲ ਖਵਾਰ ਹੋਈ ਜਾਂਦੇ। 5700 ਰੁਪਏ ਰੇਟ ਸਰਕਾਰ ਵੱਲੋਂ ਨਿਰਧਾਰਿਤ ਹੈ, 4400 ਤੋਂ 4500 ਦੇ ਵਿੱਚ ਜਿਹੜਾ ਨਰਮਾ ਵਿਕ ਰਿਹਾ, ਇਹ ਚ ਖਰਚੇ ਪੂਰੇ ਹੁੰਦੇ ਆ? ਇਹਦੇ ਚ ਬਿਲਕੁਲ ਖਰਚੇ ਪੂਰੇ ਨਹੀਂ ਹੁੰਦੇ ਜੀ। ਸਾਡੇ 1000 ਰੁਪਇਆ ਤਾਂ ਅੱਜ ਸਾਡੀ ਕੁਆਟਲ ਮਗਰ ਚਕਾਈ ਜਾਂਦੀ ਹੈ ਸਿੱਧੀ। ਬਾਕੀ ਸਿਰੇ ਜੀ ਸਪਰੇਹਾਂ ਦੇ ਕਿੰਨੇ ਖਰਚੇ ਹੈਗੇ ਤੇ ਬਾਕੀ ਹੋਰ ਬਾਹ ਤੇਲ ਪਾਣੀ ਦਾ ਸਾਡੇ ਪੱਲੇ ਜੀ ਕੱਖ ਨਹੀਂ ਪੈ ਰਿਹਾ। ਇਹਦੇ ਚੋਂ 4500 ਨੂੰ ਵੇਚ ਕੇ 1000 ਰੁਪਇਆ ਚਗਾਈ ਵਾਲੇ ਲੈ ਜਾਂਦੇ ਆ, ਸਾਡੇ ਪੱਲੇ 3500 ਦੇ ਵਿੱਚ ਅਸੀਂ ਹੋਰ ਵੀ ਖਰਚੇ ਬਹੁਤ ਕੀਤੇ ਆ, ਸਪਰੇਹਾਂ ਵੀ ਕੀਤੀਆਂ, ਰੇਹਾਂ ਵੀ ਪਾਈਆਂ, ਇਹਦੇ ਚ ਸਾਨੂੰ ਕੱਖ ਨਹੀਂ ਬਚ ਰਿਹਾ ਜੀ। ਗਵਰਨਮੈਂਟ ਜੀ ਸਾਨੂੰ ਸਹੀ ਰੇਟ ਦੇਵੇ 5700 ਰੁਪਏ ਦਾ, ਅਸੀਂ ਖੁਸ਼ ਹਾਂ। ਇਹ ਬਿਲਕੁਲ ਵੱਡੀ ਲੜਾਈ ਲੜੀ ਜਾ ਰਹੀ ਹੈ। ਤੁਹਾਨੂੰ ਲੱਗਦਾ ਹੈ ਕਿਸਾਨਾਂ ਦੇ ਇੱਕ ਆਪਾਂ ਜਿਹੜਾ ਖਿਲਾਫ ਬਿੱਲ ਪਾਸ ਹੋਇਆ ਹੈ, ਇਸੇ ਲੜਾਈ ਨੂੰ ਲੈ ਕੇ ਕਿ ਐਮਐਸਪੀ ਤੋਂ ਘੱਟ ਨਹੀਂ ਵਿਕੇ, ਤੁਹਾਨੂੰ ਲੱਗਦਾ ਕਿ ਜੇ ਇਹੀ ਕੰਮ ਚੱਲਦਾ ਰਿਹਾ ਤਾਂ ਨਰਮਾ ਬੀਜਣਾ ਨਹੀਂ ਕਿਸਾਨਾਂ ਨੇ? ਨਹੀਂ ਸਰ, ਬਿਲਕੁਲ ਨਹੀਂ ਬੀਜਣਾ ਜੀ ਨਰਮਾ ਦਿਨੋਂ ਦਿਨ ਖਰਚੇ ਵੱਧਦੇ ਤੁਰੇ ਜਾਂਦੇ। ਡੀਜ਼ਲ 50-60 ਰੁਪਈਆਂ ਤੋਂ ਕਿੱਥੋਂ ਤੱਕ ਡੀਜ਼ਲ ਦਾ ਰੇਟ ਵੱਧ ਗਿਆ, ਰੇਹਾਂ ਸਪਰੇਹਾਂ ਵੱਧਦੀਆਂ ਤੁਰੀਆਂ ਜਾਂਦੀਆਂ, ਦਿਨੋਂ ਦਿਨ ਖਰਚੇ ਵੱਧ ਰਹੇ ਆ ਤੇ ਰੇਟ ਸਾਨੂੰ ਉਹ ਮਿਲ ਨਹੀਂ ਰਿਹਾ। ਫਿਰ ਅਸੀਂ ਕਰਾਂਗੇ ਕੀ? ਚਗਾਈ ਦਾ ਖਰਚਾ, ਚਗਾਈ ਦੇਖ ਲਓ ਕਿੰਨੀ ਪੈਂਦੀ ਹੈਗੀ, ਸਾਡੇ ਪੱਲੇ ਤਾਂ ਕੱਖ ਵੀ ਨਹੀਂ ਪੈ ਰਿਹਾ ਜੀ। ਤੁਹਾਨੂੰ ਲੱਗਦਾ ਕਿ ਕਿਸਾਨ ਸੰਘਰਸ਼ ਕਰ ਰਹੇ ਆ, ਸਰਕਾਰਾਂ ਖਿਲਾਫ ਵੱਡੀਆਂ ਲੜਾਈਆਂ, 31 ਜਥੇਬੰਦੀਆਂ ਇਕਜੁੱਟ ਹੋਈਆਂ, ਤੁਹਾਨੂੰ ਲੱਗਦਾ ਕਿ ਜੇਕਰ ਇਹ ਸਰਕਾਰ ਨੇ ਫੈਸਲਾ ਨਾ ਬਦਲਿਆ ਤਾਂ ਕਿਸਾਨ ਇਸੇ ਤਰੀਕੇ ਨਾਲ ਲੁੱਟ ਹੁੰਦੀ ਰਹੂ? ਹਾਂਜੀ ਬਿਲਕੁਲ, ਇਸੇ ਤਰ੍ਹਾਂ ਲੁੱਟ ਹੁੰਦੀ ਰਹੂ ਤੇ ਸਾਡਾ ਸੰਘਰਸ਼ ਜਾਰੀ ਰਹੂਗਾ ਜੀ। ਹੋਰ ਤਾਂ ਸਾਡੇ ਪੱਲੇ ਫਿਰ ਤਾਂ ਕੱਖ ਵੀ ਨਹੀਂ ਪੈਣਾਗਾ ਜੇ ਇਹ ਆਰਡੀਨੈਂਸ ਪਾਸ ਹੋ ਗਿਆ ਤਾਂ। ਤੁਹਾਨੂੰ ਲੱਗਦਾ ਕਿ ਜਿਹੜੇ ਕਿਸਾਨ ਪਹਿਲਾਂ ਨਰਮਾ ਬੀਜਦੇ ਸੀ, ਕਿਉਂਕਿ ਆਪਣੇ ਇਸ ਬੈਲਟ ਸਭ ਤੋਂ ਵੱਧ ਨਰਮਾ ਹੁੰਦਾ ਸੀਗਾ, ਉਹਦਾ ਜਿਹੜਾ ਝੋਨਾ ਦੇ ਵਿੱਚ ਬਦਲ ਕੀਤਾ ਗਿਆ, ਇਹ ਝੋਨਾ ਬੀਜਣਾ, ਉਹਦਾ ਕਾਰਨ ਇਹੀ ਹੈ ਕਿ ਨਕਲੀ ਬੀਜ ਪਹਿਲਾਂ ਆਏ ਆ, ਜਿਹੜਾ ਰੇਟ ਨਹੀਂ ਮਿਲਣਾ, ਇਸੇ ਕਾਰਨ ਨਹੀਂ ਰਹੇ? ਹਾਂਜੀ, ਉਹਦਾ ਕਾਰਨ ਇਹੀ ਹੈ, ਪਹਿਲਾਂ ਬੀਜ ਨਕਲੀ ਆਉਂਦੇ ਸੀਗੇ, ਉਦੋਂ ਨਰਮਾ ਚੰਗੇ ਤਰੀਕੇ ਨਾਲ ਹੁੰਦਾ ਨਹੀਂ ਸੀ। ਹੁਣ ਜੇ ਬੀਜ ਸਹੀ ਆਉਣ ਲੱਗੇ ਤਾਂ ਹੁਣ ਸਾਨੂੰ ਰੇਟ ਨਹੀਂ ਦੇ ਰਹੇ। ਤੇ ਬਾਕੀ ਝੋਨਾ ਵੀ ਲਾ ਕੇ, ਝੋਨਾ ਵੀ ਕਿੰਨਾ ਚਿਰ ਲਾਉਣਗੇ ਜ਼ਿਮੀਂਦਾਰ ਭਰਾ? ਦਿਨੋਂ ਦਿਨ ਪਾਣੀ ਉਤਰਦਾ ਜਾ ਰਿਹਾ ਤੇ ਜਦੋਂ ਪਾਣੀ ਦੀ ਸਹੂਲਤ ਹੀ ਨਾ ਹੋਈ ਫਿਰ ਝੋਨਾ ਵੀ ਕਿੰਨਾ ਚਿਰ ਲੱਗੂਗਾ ਜੀ।
ਜਿਹੜਾ ਇਹ ਨਰਮਾ ਆਪਾਂ ਬੀਜਦੇ ਆ, ਇਹ ਜਿਹੜਾ ਰੇਟ ਤੁਹਾਨੂੰ ਮਿਲ ਰਿਹਾ, ਇਸ ਰੇਟ 'ਚ ਖਰਚੇ ਪੂਰੇ ਹੁੰਦੇ ਨੇ? ਨਹੀਂ ਹੁੰਦੇ ਜੀ, ਖਰਚੇ ਪੂਰੇ ਬਿਲਕੁਲ ਨਹੀਂ ਹੁੰਦੇ। ਖਰਚਾ ਜਿੰਨੇ ਦਾ ਨਰਮਾ ਹੁੰਦਾ ਉਹਨਾਂ ਦਾ ਖਰਚਾ ਨਰਮੇ ਦੇ ਉੱਤੇ ਹੀ ਹੋ ਜਾਂਦਾ ਜੀ। ਜੇ ਕਿਸੇ ਜ਼ਿਮੀਂਦਾਰ ਭਰਾ ਨੇ ਕੋਈ ਵਿਆਹ ਸ਼ਾਦੀ ਕਰਨਾ ਜਾਂ ਕੁਝ ਹੋਰ ਕਰਨਾ, ਫਿਰ ਉਹ ਵਿਆਜ ਤੇ ਹੀ ਪੈਸੇ ਚੱਕੂਗਾ, ਲੋਨ ਹੀ ਲਊਗਾ, ਹੋਰ ਕੀ ਕਰੂ? ਫਿਰ ਖੁਦ ਖੁਸ਼ੀਆਂ ਨਾ ਕਰੂ ਤਾਂ ਹੋਰ ਕੀ ਕਰੂਗਾ? ਜਦੋਂ ਲੋਨ ਤੇ ਰੁਪਏ ਚੱਕ ਲੈਂਦਾ ਕਿ ਵਿਆਜ ਤੇ ਰੁਪਏ ਚੱਕ ਲੈਂਦਾ, ਉਹ ਉਤਰਦਾ ਨਹੀਂ, ਪੂਰਾ ਨਹੀਂ ਹੁੰਦਾ, ਫਿਰ ਖੁਦ ਖੁਸ਼ੀਆਂ ਹੀ ਕਰਨੀਆਂ ਜੀ। ਹੋਰ ਕੀ? ਜਿਹੜੇ ਖਰੀਦ ਇੱਥੇ ਕਰਨ ਆਉਂਦੇ ਪ੍ਰਾਈਵੇਟ ਕੰਪਨੀ, ਤੁਸੀਂ ਕਹਿੰਦੇ ਨਹੀਂ ਕਿ ਸਾਨੂੰ ਇਹਦਾ 5700 ਰੇਟ ਆ, ਤੁਸੀਂ ਇੰਨਾ ਘੱਟ ਕਿਉਂ ਦੇ ਰਹੇ ਹੋ? ਕਹਿੰਦੇ ਆ ਕਿ ਇੱਕ ਅੱਧਾ ਬੰਦਾ ਕਹੂਗਾ ਤਾਂ ਉਹਦਾ ਕੀ ਫਾਇਦਾ? ਫਿਰ ਕੋਈ ਇੱਕ ਅੱਧੇ ਬੰਦੇ ਦੀ ਕੋਈ ਸੁਣਵਾਈ ਨਹੀਂ। ਯਾਨੀ ਕਿਸਾਨਾਂ ਦੀ ਮਜਬੂਰੀ ਬਣ ਗਈ ਹੈ, ਇਹੀ ਮਜਬੂਰੀ ਬਣ ਗਈ ਜੀ। ਹੋਰ ਕਰਾਂਗੇ ਕੀ? ਹੁਣ ਜਿਹੜਾ ਬੰਦਾ 5-7 ਲੱਖ ਰੁਪਇਆ 2-4 ਕਿੱਲੇ ਬਾਹਣਾ, ਜਿਹਦੇ ਕੋਲੇ 5-7 ਲੱਖ ਰੁਪਇਆ ਵਿਆਜ ਤੇ ਚੱਕ ਕੇ ਵਰਤੀ ਬੈਠਾ, ਉਹਨੂੰ ਅਕਸਰ ਵਿਆਜ ਪਈ ਜਾਂਦਾ, ਉਹ ਮਜਬੂਰੀ ਦੇ ਵਿੱਚ ਵੇਚੂਗਾ। ਜੇ ਨਾ ਵੇਚੂਗਾ ਤਾਂ ਉਹਨੂੰ ਵਿਆਜ ਵੱਧਦਾ ਤੁਰਿਆ ਜਾਊਗਾ ਜੀ, ਫਿਰ ਹੋਰ ਕੀ ਕਰੂਗਾ? ਜੀ ਬਿਲਕੁਲ, ਵੱਡੀ ਕਿਸਾਨਾਂ ਦੀ ਲੁੱਟ ਨੂੰ ਲੈ ਕੇ ਲੜਾਈ ਹੋ ਰਹੀ ਹੈ ਜੀ। ਇੱਕ ਬਹੁਤ ਵੱਡਾ ਸੰਘਰਸ਼ ਸ਼ੁਰੂ ਹੋਇਆ ਕੇਂਦਰ ਸਰਕਾਰ ਦੇ ਖਿਲਾਫ, ਕਿਸਾਨ ਧਰਨੇ ਤੇ ਬੈਠੇ ਆ। ਤੁਹਾਨੂੰ ਲੱਗਦਾ ਹੈ ਕਿ ਜਿਹੜਾ 5700 ਰੇਟ ਹੈਗਾ, ਸਰਕਾਰ ਇਸੇ ਰੇਟ ਤੇ ਹੀ ਨਰਮਾ ਖਰੀਦੇ? ਬਿਲਕੁਲ, ਸਰਕਾਰ ਨੂੰ ਜੀ ਇਹੀ ਰੇਟ ਤੇ ਖਰੀਦਣਾ ਚਾਹੀਦਾ, ਇਦੋਂ ਵੀ ਵੱਧ ਰੇਟ ਦੇਣਾ ਚਾਹੀਦਾ, ਕਿਉਂਕਿ 5700 ਨਾਲ ਵੀ ਨਹੀਂ ਪੜਤਾ ਹੁੰਦਾ। ਕਾਰਨ ਇਹਦਾ ਇਹ ਹੈ ਮਤਲਬ ਵੀ ਜਦੋਂ ਆਪਾਂ ਮਤਲਬ ਇਹ ਨਰਮਾ ਬੀਜਦੇ ਆ ਤੇ ਨਰਮੇ ਤੇ ਇੰਨਾ ਹੀ ਖਰਚਾ ਆਉਂਦਾ ਜਿਹੜਾ ਰਹੇ ਰੱਬ ਦਾ ਨਾਂ। ਕਾਰਨ ਇਹ ਆ ਵੀ ਡੀਲ ਇੰਨੇ ਮਹਿੰਗੇ ਆ, 3-3 ਵਾਰੀ ਜ਼ਮੀਨਾਂ ਵਾਹੋ, ਫੇਰ ਮਤਲਬ ਬੀ ਲੈਨੇ ਆ, ਬੀ ਇਹਨਾਂ ਦੇ ਬੀ ਨਹੀਂ ਸਹੀ ਪਹਿਲੀ ਗੱਲ, ਫਿਰ ਸਪਰੇਆਂ, ਅੱਜ ਸਪਰੇ ਕਰਤੀ ਉਹ ਕੰਮ ਨਹੀਂ ਕਰਦੀ, ਜਦੋਂ 15 ਦਿਨ ਰਿਕਮੈਂਡ ਕਰਦੇ ਆ ਤੇ 15 ਦਿਨ ਕਿਉਂ ਨਹੀਂ ਕੰਮ ਕਰਦੀ? ਵਾਰ-ਵਾਰ ਸਪਰੇਆਂ ਕਰਨੀਆਂ ਪੈਂਦੀਆਂ, ਇਸ ਕਰਕੇ ਬੰਦੇ ਨੂੰ ਇਹ ਬਹੁਤ ਪ੍ਰੋਬਲਮ ਆ ਕਿਸਾਨ ਨੂੰ। ਤੇ ਜਿਹੜੀਆਂ ਕੰਪਨੀਆਂ ਪ੍ਰਾਈਵੇਟ ਪਹੁੰਚਦੀਆਂ, ਤੁਹਾਨੂੰ ਲੱਗਦਾ ਉਹਦਾ ਸਿੱਧੇ ਤੌਰ ਤੇ ਲੁੱਟ ਕਰ ਰਹੀਆਂ? 1900 ਤੋਂ 1000 ਰੁਪਏ ਦਾ ਲੋਸ ਹੋ ਰਿਹਾ ਕਿਸਾਨ। ਜਦੋਂ ਜੀ ਹੁਣ ਮੇਰੀ ਗੱਲ ਸੁਣੋ, ਤੁਸੀਂ ਸਿਆਣੇ ਬੰਦੇ ਹੋ, ਐਦੋਂ ਤੁਸੀਂ ਪਹਿਲਾਂ ਦੇਖੋ ਵੀ ਜਦੋਂ ਪਰ ਵੀ ਨਹੀਂ ਇਹਨਾਂ ਨੇ ਨਰਮਾ 44-4500 ਤੋਂ ਵਧਣ ਦਿੱਤਾ, ਤੇ ਉਦੋਂ ਸੀਸੀਆਈ ਕਿੱਥੇ ਬੈਠੀ ਸੀ, ਸਰਕਾਰ ਕਿੱਥੇ ਬੈਠੀ ਸੀ? ਇਹ ਅਜੇ ਵੀ ਕਹਿੰਦੇ ਆ ਵੀ ਅਸੀਂ ਮਤਲਬ ਮੁੱਲ ਦਵਾ ਦਿਆਂ। ਕਿੱਥੋਂ ਦਵਾ ਦੇਣਗੇ ਜਦੋਂ ਇਹਨਾਂ ਨੇ ਐਕਟੀ ਚੱਕ ਰਿਹਾ, ਵਿੱਚ ਪਾ ਹੀ ਨਹੀਂ ਰਹੇ? ਇਹ ਤਾਂ ਨਿਰਾ ਹੀ ਮਤਲਬ ਧੋਖਾ ਕਿਸਾਨਾਂ ਨੂੰ। ਯਾਨੀ ਤੁਹਾਨੂੰ ਲੱਗਦਾ ਕਿਸਾਨਾਂ ਨੂੰ ਸੰਘਰਸ਼ ਜਾਰੀ ਰੱਖਣਾ ਪਊਗਾ, ਨਹੀਂ ਤਾਂ ਕਿਸਾਨ ਇਸ ਤਰੀਕੇ ਨਾਲ ਬਰਬਾਦੀ ਹੋ ਜੂ? ਬਿਲਕੁਲ ਕਿਸਾਨਾਂ ਨੂੰ ਸੰਘਰਸ਼ ਰੱਖਣਾ ਚਾਹੀਦਾ ਜੀ। ਜਿਵੇਂ ਹੁਣ ਮੀਡੀਆ ਨੂੰ ਸਾਫ਼ ਸੁਥਰਾ ਮਤਲਬ ਦੇਣਾ ਚਾਹੀਦਾ ਪ੍ਰਚਾਰ। ਹੁਣ ਜਿਵੇਂ ਬੋਲੀ ਹੋਊਗੀ, ਤੁਸੀਂ ਕੋਲੇ ਖੜ ਕੇ ਦੇਖ ਲਓ ਵੀ ਕੀ ਹੁੰਦਾ, ਉਹ ਤੁਹਾਨੂੰ ਪਾਉਣਾ ਚਾਹੀਦਾ। ਅੱਜ ਹੀ ਬੋਲੀ ਜਦੋਂ ਹੋਈ, ਤੁਸੀਂ ਕੋਲੇ ਖੜ ਕੇ ਦੇਖੋ ਵੀ ਕਿੰਨੀ ਲੁੱਟ ਹੁੰਦੀ। ਯਾਨੀ ਪ੍ਰਾਈਵੇਟ ਕੰਪਨੀਆਂ ਲੁੱਟ ਕਰ ਰਹੀਆਂ। ਤੁਹਾਨੂੰ ਲੱਗਦਾ ਕਿ ਇਹ ਜਿਹੜਾ ਸਰਕਾਰ ਨੂੰ ਫੈਸਲਾ ਬਦਲਣਾ ਚਾਹੀਦਾ, ਇਹਦਾ ਕੋਈ ਨਾ ਕੋਈ ਫਿਕਸ ਕਰਨਾ ਚਾਹੀਦਾ? ਬਿਲਕੁਲ ਜੀ, ਸਰਕਾਰ ਨੂੰ ਫੈਸਲਾ ਬਦਲਣਾ ਚਾਹੀਦਾ। ਸਰਕਾਰ ਨੇ ਫੈਸਲਾ, ਪਹਿਲਾਂ ਵੀ ਲੋਕ ਬਹੁਤ ਧਰਨੇ ਮੁਜ਼ਾਹਰੇ ਕਰਦੇ ਰਹੇ, ਕੁਛ ਨਾ ਬਣਦਾ ਦਿਸਿਆ, ਕਿਸਾਨ ਭਰਾ ਝੋਨਾ ਲਾਉਣ ਲੱਗ ਗਏ। ਝੋਨੇ ਦੇ ਵਿੱਚ ਵੀ ਮੰਨ ਲਓ ਵੀ ਇਹਨਾਂ ਨੇ, ਸਰਕਾਰ ਨੇ ਨਵਾਂ ਡਿੱਕਾ ਲਾਇਆ ਵੀ ਪਰਾਲੀ ਨਹੀਂ ਸਾੜਨੀ, ਇਹ ਨਹੀਂ ਕਰਨਾ, ਉਹ ਕਰਨਾ, ਉਹਦੇ ਤੇ ਜੁਰਮਾਨੇ ਰੱਖਤੇ। ਸਰਕਾਰ ਕੱਲੇ ਪੈਸੇ ਇਕੱਠੇ ਕਰਨ ਤੇ ਹੋਈ ਵੀ ਆ। ਹਰ ਇੱਕ ਤਰ੍ਹਾਂ ਦਾ ਜਦੋਂ ਕੋਈ ਕਿਸਾਨ ਆਪਦਾ ਰਾਹ ਬਦਲਦਾ, ਨਰਮੇ ਦੇ ਵਿੱਚ ਕਿਸੇ ਨੂੰ ਕੁਝ ਬਚਦਾ ਨਹੀਂ ਦਿੰਦਾ ਸੀ, ਕਿਸਾਨ ਨੇ ਆਪਦਾ ਰਾਹ ਬਦਲ ਕੇ ਝੋਨੇ ਵੱਲ ਜਾਣ ਦੀ ਕੋਸ਼ਿਸ਼ ਕੀਤੀ, ਉਧਰ ਇਹਨਾਂ ਨੇ ਪਰਾਲੀ ਦਾ ਮੁੱਦਾ ਚੱਕ ਲਿਆ ਵੀ ਪਰਾਲੀ ਨਹੀਂ ਸਾੜਨੀ, ਇਹ ਨਹੀਂ। ਸਾਨੂੰ ਵੀ ਪਤਾਗਾ, ਹਰੇਕ ਨੂੰ ਪਤਾ, ਅੱਜ ਦੇ ਟਾਈਮ ਦੇ ਵਿੱਚ ਕੋਈ ਨਹੀਂ ਅਨਪੜ੍ਹ ਬੰਦਾ, ਵੀ ਹਰੇਕ ਨੂੰ ਪਤਾ ਵੀ ਪ੍ਰਦੂਸ਼ਣ ਹੁੰਦਾ, ਠੀਕ ਹੈ ਨਾ? ਝੋਨੇ ਦੀ ਪਰਾਲੀ ਨੂੰ ਸਾੜਾਂਗੇ ਤਾਂ ਪ੍ਰਦੂਸ਼ਣ ਹੋਊਗਾ, ਪਰ ਹੋਰ ਕਰੀਏ ਵੀ ਕੀ? ਕੀਤਾ ਵੀ ਕੀ ਜਾਵੇ ਜੀ, ਜਦੋਂ ਕੁਛ ਸਾਨੂੰ ਬਚਤ ਹੀ ਨਹੀਂ ਹੋ ਰਹੀ। ਨਰਮੇ ਦਾ ਖਰਚਾ ਨਰਮਾ ਆਪ ਖਾਈ ਜਾਂਦਾ। ਝੋਨਾ ਲਾਉਣ ਲੱਗੇ ਸੀਗੇ, ਪਾਣੀ ਉਤਰਨ ਲੱਗੇ, ਫਿਰ ਇਹਨਾਂ ਨੇ ਪਰਾਲੀ ਦਾ ਮੁੱਦਾ ਚੱਕ ਲਿਆ, ਉਹ ਤੇ ਲੋਕਾਂ ਦੇ ਡਬਲ ਖਰਚੇ ਹੋਣ ਲੱਗੇ। ਹੈਪੀ ਸੀਟਰ ਆਏ, ਹੋਰ ਪਰਾਲੀ ਇਕੱਠੀ ਕਰਨ ਦਾ ਮੁੱਦਾ ਚੱਕਿਆ ਇਹਨਾਂ ਨੇ, ਫਿਰ ਕੀ ਕਰੀਏ? ਬਿਲਕੁਲ, ਕਿਸਾਨ ਕਿਤੇ ਨਾ ਕਿਤੇ ਕੇਂਦਰ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਹੈਗੀਆਂ ਉਸ ਤੋਂ ਪਰੇਸ਼ਾਨ ਨੇ, ਕਿਉਂਕਿ ਸੀਸੀਆਈ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸੀਸੀਆਈ ਨਰਮਾ ਖਰੀਦੇ, ਕਿਉਂਕਿ ਜਿਹੜੀ ਪ੍ਰਾਈਵੇਟ ਕੰਪਨੀਆਂ ਪਹੁੰਚਦੀਆਂ, ਕਿਸਾਨ 2 ਦਿਨ ਤੋਂ ਨਰਮਾ ਲੈ ਕੇ ਮੰਡੀ 'ਚ ਬੈਠਾ ਰਹਿੰਦਾ, ਉਤੋਂ ਸਰਕਾਰੀ ਖਰੀਦ ਹੁੰਦੀ ਨਹੀਂ, ਪ੍ਰਾਈਵੇਟ ਵਾਲਾ ਆਪਣੀ ਮਨਮਰਜ਼ੀ ਦੇ ਰੇਟ ਲੈਂਦਾ ਹੈ। ਤਾਂ ਇਸ ਕਰਕੇ ਕੇਂਦਰ ਸਰਕਾਰ ਦੇ ਖਿਲਾਫ ਜਿਹੜੀ ਇਹ ਲੜਾਈ ਹੈਗੀ ਹੈ, ਕਿਤੇ ਨਾ ਕਿਤੇ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਨੂੰ ਅੱਗੇ ਵਧਣ ਤੋਂ ਰੋਕਿਆ ਜਾਵੇ ਤੇ ਕਿਸਾਨਾਂ ਦੀ ਹਰ ਮੰਗਾਂ ਪੂਰੀ ਕਰਨੀ ਚਾਹੀਦੀ। ਜਿਹੜਾ ਇਹ ਖੇਤੀ ਕਾਨੂੰਨ ਬਣਿਆ, ਇਹਨੂੰ ਵੀ ਰੱਦ ਕਰਨਾ ਚਾਹੀਦਾ, ਨਹੀਂ ਤਾਂ ਆਉਣ ਵਾਲੇ ਸਮੇਂ 'ਚ ਕਿਸਾਨਾਂ ਨੂੰ ਬਹੁਤ ਵੱਡਾ ਲਾਸ ਜਿਹੜਾ ਉਹਦਾ ਸਾਹਮਣਾ ਕਰਨਾ ਪੈਣਾ ਹੈ। ਕੈਮਰਾਮੈਨ ਸ਼ਪਿੰਦਰ ਦੇ ਨਾਲ ਅਮਿਤ ਸ਼ਰਮਾ, ਡੇਲੀ ਪੋਸਟ ਪੰਜਾਬੀ, ਬਠਿੰਡਾ।